So students, here we are going to begin with a new chapter, chapter number 20th, locomotion and movement, right? So बच्चे before proceeding further ਜਦੋਂ ਅਸੀਂ ਇਸ ਡਿਸਕਸ ਕਰੀਏ ਕਿ ਜਿਹੜੀਆਂ ਮੂਵਮੈਂਟਸ ਹੁੰਦੀਆਂ ਨੇ ਉਹ ਸਾਡੀ ਬਾਡੀ ਦੇ ਵਿੱਚ ਕਿਸ ਆਰਗਨ ਕਰਕੇ ਹੁੰਦੀਆਂ ਜਾਂ ਕਿਸ ਪਾਰਟ ਕਰਕੇ ਹੁੰਦੀਆਂ, ਬਿਫੋਰ ਦੈਟ ਅਸੀਂ ਲੋਕੋਮੋਸ਼ਨ ਅਤੇ ਮੂਵਮੈਂਟ ਦਾ ਇੱਕ ਬੇਸਿਕ ਡਿਫਰੈਂਸ ਕੀ ਹੈ, ਲੋਕੋਮੋਸ਼ਨ ਅਤੇ ਮੂਵਮੈਂਟ ਦੇ ਵਿੱਚ ਕੀ ਫ਼ਰਕ ਹੈ, ਉਹ ਅਸੀਂ ਕਲੀਅਰ ਕਰ ਲਈਏ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਜਿੰਨੇ ਵੀ ਲਿਵਿੰਗ ਬੀਇੰਗਸ ਨੇ, ਲਿਵਿੰਗ ਆਰਗੈਨਿਜ਼ਮਸ ਨੇ, ਜਿਹੜੀ ਮੂਵਮੈਂਟ ਹੈ ਉਹ ਸਭ ਦਾ ਇੱਕ ਇੰਟੈਗਰਲ ਪਾਰਟ ਹੈ। ਅਸੀਂ ਆਪਣੇ ਹੈਂਡਸ ਮੂਵ ਕਰਦੇ ਹਾਂ, ਰਾਈਟ, ਅਸੀਂ ਆਪਣੀ ਲੈਗਸ ਮੂਵ ਕਰਦੇ ਹਾਂ, ਅਸੀਂ ਆਪਣੇ ਆਈਲਿਡਸ ਅਸੀਂ ਮੂਵ ਕਰਦੇ, ਮੂਵਮੈਂਟ ਹੈ ਉਹਨਾਂ ਦੀ। ਅਸੀਂ ਆਪਣੇ ਆਈਬਰੋਜ਼ ਨੂੰ ਉੱਪਰ ਨੀਚੇ ਮੂਵ ਕਰ ਸਕਦੇ ਹਾਂ, ਰਾਈਟ। ਸੋ ਅਸੀਂ ਸਮਾਈਲ ਕਰਦੇ ਹਾਂ, ਰਾਈਟ, ਸਾਡੇ ਫੇਸ਼ੀਅਲ ਮਸਲਸ ਸਮਾਈਲ ਕਰਾਉਂਦੇ ਆ, ਮੂਵਮੈਂਟਸ ਕਰਵਾਉਂਦੇ ਆ, ਰਾਈਟ। ਸੋ ਮੂਵਮੈਂਟ ਸਾਡੀ ਬਾਡੀ ਦਾ ਇੱਕ ਇੰਪੋਰਟੈਂਟ ਇੰਟੈਗਰਲ ਫੀਚਰ ਹੈ, ਰਾਈਟ। ਕੋਈ ਵੀ ਚਾਹੇ ਐਨੀਮਲ ਹੈ, ਚਾਹੇ ਪਲਾਂਟ ਹੈ, ਚਾਹੇ ਅਸੀਂ ਹਿਊਮਨ ਬੀਇੰਗਸ ਆ, ਸਾਰੇ ਅਸੀਂ ਮੂਵਮੈਂਟਸ ਕਰਦੇ ਹਾਂ, ਰਾਈਟ। ਅਸੀਂ ਯੂਨੀਸੈਲੂਲਰ ਆਰਗੈਨਿਜ਼ਮਸ ਦੀ ਗੱਲ ਕਰੀਏ ਤਾਂ ਅਮੀਬਾ ਇਜ਼ ਵਨ ਆਫ ਦਾ ਐਗਜ਼ਾਮਪਲ, ਜਿਹਦੇ ਵਿੱਚ ਉਹਦੇ ਪ੍ਰੋਟੋਪਲੈਜ਼ਮ ਦੀ ਸਟਰੀਮਿੰਗ ਮੂਵਮੈਂਟ it is also a form of simple movement, is also a form of movement, right? ਅੱਛਾ, ਕਿਸੇ ਵੀ ਆਰਗੈਨਿਜ਼ਮ ਦੀ ਬਾਡੀ ਦੇ ਉੱਤੇ ਸੀਲੀਆ, ਫਲੈਜੈਲਾ, ਟੈਂਟੀਕਲਸ, ਸੀਲੀਆ small hair like projections, ਫਲੈਜੈਲਾ ਫਿੰਗਰ ਲਾਈਕ ਪ੍ਰੋਜੈਕਸ਼ਨਸ ਐਂਡ ਟੈਂਟੀਕਲਸ, ਜਿਵੇਂ ਕਾਕਰੋਚ ਦੇ 2 ਟੈਂਟੀਕਲਸ ਹੁੰਦੇ ਨੇ, ਰਾਈਟ। ਉਹ ਸਭ ਜਦੋਂ ਹਿਲਦੇ ਨੇ, ਮੂਵ ਕਰਦੇ ਨੇ, ਉਹ ਵੀ ਕੀ ਹੈ? ਮੂਵਮੈਂਟ। ਸਾਡੀਆਂ ਲੱਤਾਂ ਦਾ ਹਿੱਲਣਾ, ਸਾਡੇ ਜੌਜ਼ ਦਾ ਹਿੱਲਣਾ, ਸਾਡੇ ਆਈਲਿਡਸ ਦਾ ਹਿੱਲਣਾ, ਸਾਡੀ ਜਦੋਂ ਅਸੀਂ ਬੋਲਦੇ ਹਾਂ ਸਾਡੀ ਟੰਗ ਦਾ ਹਿੱਲਣਾ, ਆਲ ਦੀਜ਼ ਆਰ ਮੂਵਮੈਂਟਸ। ਬਸ ਇੱਕ ਛੋਟਾ ਜਿਹਾ ਫਰਕ ਹੈ ਬੱਚੇ, ਜਦੋਂ ਸਾਡੀ ਕਿਸੇ ਚੀਜ਼ ਦੀ ਮੂਵਮੈਂਟ ਕਰਕੇ ਸਾਡੀ ਜਗ੍ਹਾ ਬਦਲਦੀ ਹੈ, that specific type of movement is called as locomotion, right? ਜਦ ਸਪੋਜ਼ ਮੈਂ 10 ਕਦਮ ਤੁਰੀ, ਮਤਲਬ ਮੇਰੇ ਪੈਰ ਹਿੱਲੇ, ਮੇਰੀਆਂ ਲੱਤਾਂ ਹਿੱਲੀਆਂ, ਤਾਂ ਮੈਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਕਰ ਗਈ, that is locomotion। ਮੂਵਮੈਂਟ ਅਸੀਂ ਬੈਠੇ ਬੈਠੇ ਵੀ ਕਰ ਸਕਦੇ ਹਾਂ, ਲਾਈਕ ਮੇਰਾ ਹੈਂਡ ਹਿੱਲ ਰਿਹਾ, that is movement। ਲੋਕੋਮੋਸ਼ਨ ਕੀ ਹੈ? ਜਦੋਂ ਮੂਵਮੈਂਟ ਕਰਕੇ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਗਏ, ਤੁਹਾਡੀ ਜਗ੍ਹਾ ਚੇਂਜ ਹੋਈ, ਤੁਹਾਡੀ ਪਲੇਸ, ਤੁਹਾਡੀ ਲੋਕੇਸ਼ਨ ਬਦਲੀ, that is locomotion। ਤੁਰਨਾ, ਵੋਕਿੰਗ, ਰਨਿੰਗ, ਕਲਾਈੰਬਿੰਗ, ਕਿਸੇ ਚੀਜ਼ 'ਤੇ ਚੜ੍ਹਨਾ, ਕਿਸੇ ਪਹਾੜੀ 'ਤੇ ਚੜ੍ਹਨਾ ਸੇ, ਰਾਈਟ, ਫਲਾਈਂਗ, ਸਵਿਮਿੰਗ, ਇਹ ਸਭ ਤਰ੍ਹਾਂ ਦੇ ਜਿਹੜੀ ਮੂਵਮੈਂਟ ਹੈ ਉਹਨੂੰ ਅਸੀਂ ਲੋਕੋਮੋਟਰੀ ਮੂਵਮੈਂਟ ਔਰ ਲੋਕੋਮੋਸ਼ਨ ਕਹਾਂਗੇ, ਰਾਈਟ। ਸੋ ਜਿਵੇਂ ਫੋਰ ਐਗਜ਼ਾਮਪਲ ਅਸੀਂ ਪੈਰਾਮੀਸ਼ੀਅਮ ਦੀ ਗੱਲ ਕਰਦੇ ਹਾਂ, ਠੀਕ ਹੈ ਜੀ, ਅਗੇਨ ਇੱਕ ਲੋਅਰ ਐਨੀਮਲ ਕਿੰਗਡਮ ਦਾ ਇੱਕ ਲੋਅਰ ਮੈਂਬਰ ਹੈ ਪੈਰਾਮੀਸ਼ੀਅਮ। ਸੀਲੀਆ ਉਹਦੇ ਜਿਹੜੀ ਬਾਡੀ 'ਤੇ, ਜਿਹੜੀ ਹੋਲ ਬਾਡੀ 'ਤੇ ਤੁਹਾਨੂੰ ਪਤਾ ਹੀ ਹੋਣਾ ਸਲੀਪਰ ਲਾਈਕ ਆਰਗੈਨਿਜ਼ਮ ਹੁੰਦਾ, ਅਤੇ ਉਹਦੀ ਹੋਲ ਬਾਡੀ ਦੇ ਉੱਤੇ ਛੋਟੇ ਸੀਲੀਆਜ਼ ਹੁੰਦੇ ਨੇ, ਰਾਈਟ। ਉਹ ਸੀਲੀਆ ਦੀ ਮੂਵਮੈਂਟ ਕਰਕੇ, ਰਾਈਟ, ਸੀਲੀਆ ਦੀ ਮੂਵਮੈਂਟ ਕਰਕੇ ਮੂਵਮੈਂਟ ਵੀ ਹੋ ਰਹੀ ਹੈ, ਅਤੇ ਜਦੋਂ ਇਹ ਪੈਰਾਮੀਸ਼ੀਅਮ ਇਸੀ ਮੂਵਮੈਂਟ ਦੇ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਂਦਾ, ਇਹਦਾ ਮਤਲਬ ਲੋਕੋਮੋਸ਼ਨ ਵੀ ਹੋ ਰਹੀ ਹੈ। ਸਿਮਿਲਰਲੀ ਵਿਦ ਹਾਈਡਰਾ, ਰਾਈਟ। ਸੋ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿਹਦੇ ਵਿੱਚ ਅਸੀਂ ਮੂਵਮੈਂਟ ਅਤੇ ਲੋਕੋਮੋਸ਼ਨ ਦਾ ਜ਼ਿਕਰ ਕਰਦੇ ਹਾਂ, ਲੋਕੋਮੋਸ਼ਨ ਦਾ ਜ਼ਿਕਰ ਕਰਦੇ ਹਾਂ, ਰਾਈਟ। ਇਹ ਦੋਨੋਂ ਚੀਜ਼ਾਂ ਆਪਸ 'ਚ ਮਿਲੀਆਂ ਹੋਈਆਂ, ਕਿਵੇਂ? ਜਿੰਨੀ ਵੀ ਲੋਕੋਮੋਸ਼ਨ ਆਰ ਦ ਮੂਵਮੈਂਟਸ। ਦੇਖੋ ਬੇਟਾ, ਜਿਹੜੀ ਲੋਕੋਮੋਸ਼ਨ ਹੈ, ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਾਂ, ਉਹ ਹਿੱਲੇ ਬਿਨਾਂ ਤਾਂ ਹੋ ਨਹੀਂ ਸਕਦੀ ਨਾ, ਮੂਵ ਕੀਤੇ ਬਿਨਾਂ ਤਾਂ ਨਹੀਂ ਹੋ ਸਕਦੀ ਨਾ। ਸੋ ਆਲ ਦ ਲੋਕੋਮੋਸ਼ਨਸ ਆਰ ਮੂਵਮੈਂਟਸ, ਬਟ ਸਾਰੀਆਂ ਮੂਵਮੈਂਟਸ ਲੋਕੋਮੋਸ਼ਨ ਨਹੀਂ ਹੋ ਸਕਦੀਆਂ, ਕਿਉਂਕਿ ਜੇ ਮੈਂ ਹੱਥ ਹਿਲਾ ਰਹੀ ਹਾਂ ਉਹ ਸਿਰਫ ਮੂਵਮੈਂਟ ਹੈ, ਉਹ ਲੋਕੋਮੋਸ਼ਨ ਨਹੀਂ ਹੈ, ਠੀਕ ਹੈ। ਸੋ ਆਲ ਦ ਮੂਵਮੈਂਟਸ ਆਰ ਨਾਟ ਲੋਕੋਮੋਸ਼ਨਸ, ਰਾਈਟ। ਸੋ ਇਹ ਸੀ ਸਾਡੇ ਕੋਲ ਵਾਟ ਇਜ਼ ਲੋਕੋਮੋਸ਼ਨ ਐਂਡ ਮੂਵਮੈਂਟ। ਉਸ ਤੋਂ ਬਾਅਦ ਅਸੀਂ ਡਿਫਰੈਂਟ ਟਾਈਪਸ ਆਫ ਮੂਵਮੈਂਟਸ ਡਿਸਕਸ ਕਰ ਸਕਦੇ ਹਾਂ, ਠੀਕ ਹੈ। ਜਿਵੇਂ ਬੇਸਿਕਲੀ ਸਾਡੇ ਕੋਲ NCERT ਦੀ ਬੁੱਕ 'ਤੇ 3 ਟਾਈਪਸ ਆਫ ਮੂਵਮੈਂਟਸ ਨੇ, ਐਮੀਬੋਇਡ ਮੂਵਮੈਂਟ, ਸੀਲੀਅਰੀ ਮੂਵਮੈਂਟ ਅਤੇ ਮਸਕਿਊਲਰ ਮੂਵਮੈਂਟ। ਮੈਂ ਥੋੜ੍ਹਾ ਐਕਸਪਲੇਨ ਕਰਦੀ ਹਾਂ ਵਾਟ ਇਜ਼ ਐਮੀਬੋਇਡ ਮੂਵਮੈਂਟ ਔਰ ਸਿਊਡੋਪੋਡੀਅਲ ਮੂਵਮੈਂਟ। ਅਸੀਂ ਸਾਰਿਆਂ ਨੇ ਲੋਅਰ ਕਲਾਸਿਸ ਦੇ ਵਿੱਚ ਅਮੀਬਾ ਬਾਰੇ ਸੁਣਿਆ। ਅਮੀਬਾ ਦੇ ਜਿਹੜੇ ਫਾਲਸ ਫੀਟ ਹੁੰਦੇ ਨੇ, ਦੇ ਆਰ ਕਾਲਡ ਐਸ ਸਿਊਡੋਪੋਡੀਆ, ਰਾਈਟ। ਸੋ ਜਦੋਂ ਇਹ ਸੂਡੋਪੋਡੀਆ ਜਿਹੜੀਆਂ ਫਿੰਗਰ ਸ਼ੇਪਡ ਐਕਸਟੈਂਸ਼ਨਸ ਨੇ ਅਮੀਬਾ ਦੀ ਬਾਡੀ ਦੇ ਉੱਤੇ, ਜਦੋਂ ਉਹ ਮੂਵ ਕਰਦੀਆਂ ਨੇ, ਠੀਕ ਹੈ, ਜਦੋਂ ਉਹਦੀ ਮਦਦ ਦੇ ਨਾਲ ਜਿਹੜੀ ਮੂਵਮੈਂਟ ਹੁੰਦੀ ਹੈ,
मूवमेंट विद द हैल्प ऑफ फिंगर शेप एक्सटेंशन जिन्होंने ਅਸੀਂ सूडोपोडिया कर ਉਹਦੀ ਮਦਦ ਨਾਲ ਜਦੋਂ मूवमेंट ਹੁੰਦੀ ਹੈ इट इज़ कॉल्ड एज एमीबॉयड मूवमेंट ਕਿਹੜੀ मूवमेंट एमीबॉयड विच द मूवमेंट विच अकर्स विद द हेल्प ऑफ दीज सूडोपोडियाज सूडोपोडिया किस केस होंगे ने अमीबा दैट इज़ वाई इट इज़ कॉल्ड एज एमीबॉयड मूवमेंट राइट। उस तो बाद साडे कोल आ गया सीलियरी मूवमेंट और असी कल्ली अमीबा दी नहीं असी होर भी एग्जाम्पल दे सकते हैं जिवें ल्यूकोसाइट्स राइट WBCs ने वाइट ब्लड सैल्स ने उन्हों की मूवमेंट साडे ब्लड के एक होर तरह के सैल ने मैक्रोफाजिस उन्हों की मूवमेंट वो भी सम हाउ इदां दी ही है इसी करके क्योंकि जदों ये वाले सैल्स लाइक WBCs हो गए मैक्रोफाजिस हो गए जदों ये ब्लड छड्ड के टिश्यूज़ वाल मूव करते हैं ये वाली मूवमेंट भी किहड़ी मूवमेंट कहलाती है एमीबॉयड मूवमेंट। सैकेंड साडे कोल आ गई सीलियरी मूवमेंट राइट। सो सीलियरी मूवमेंट की है जदों किसी सैल दे अंदर या ऑर्गन के अंदर सीलिया मूव करन या सीलिया के करके मूवमेंट होवे दैट इज़ कॉल्ड एज सीलियरी मूवमेंट। सीलिया की है छोटे छोटे फाइन हेयर लाइक स्ट्रक्चर्स ने जिहड़े किसी भी ऑर्गेनिज्म की सारी बॉडी ते प्रेजेंट ने जदों वो इकट्ठे मूव करते हैं लाइक अगर सारे सीलिया उपर नूं इस डायरैक्शन च मूव किए सारे इसी डायरैक्शन च करनगे सारे नीचे सारे उपर सारे नीचे। सो एक जिहड़ी कलैक्टिव जी मूवमेंट हुंदी है ना वो जिहड़ी सारे सीलिया दी हुंदी ऑल ओवर द बॉडी ਉਹਨੂੰ ਅਸੀਂ ਕਹਿੰਦੇ ਕਿ ਕੋਆਰਡੀਨੇਟਡ ਮੈਨਰ 'ਚ ਮੂਵਮੈਂਟ ਹੋ ਰਹੀ ਹੈ ਐਂਡ ਦਿਸ ਮੂਵਮੈਂਟ ਇਜ਼ ਸੀਲੀਅਰੀ ਮੂਵਮੈਂਟ। ਜਿਵੇਂ ਸਪੋਜ਼ ਤੁਹਾਡੀ ਟ੍ਰੇਕੀਆ ਤੁਹਾਡੀ ਵਿੰਡ ਪਾਈਪ ਦੇ ਵਿੱਚ ਕੋਈ ਡਸਟ ਪਾਰਟੀਕਲ ਚਲਾ ਜਾਂਦਾ ਹੈ ਠੀਕ ਹੈ ਸਪੋਜ਼ ਸਾਡੀ ਵਿੰਡ ਪਾਈਪ ਦੇ ਵਿੱਚ ਕੋਈ ਡਸਟ ਪਾਰਟੀਕਲ ਚਲ ਜਾਂਦਾ ਅਤੇ ਜਿਹੜੇ ਸਾਈਡਾਂ 'ਤੇ ਸੀਲੀਆ ਅੰਦਰ ਇਨਰ ਵੋਲ 'ਤੇ ਟ੍ਰੇਕੀਆ ਦੇ ਜਿਹੜੇ ਸੀਲੀਆ ਲੱਗੇ ਹੁੰਦੇ ਆ ਉਹ ਕੋਆਰਡੀਨੇਟਡ ਮੈਨਰ ਦੇ ਨਾਲ ਮੂਵਮੈਂਟ ਕਰਕੇ ਉਸ ਡਸਟ ਪਾਰਟੀਕਲ ਨੂੰ ਰਿਮੂਵ ਕਰਨ 'ਚ ਹੈਲਪ ਕਰਦੇ ਆ ਸੱਚ या दिस टाइप ऑफ मूवमेंट इज़ कॉल्ड एज सीलियरी मूवमेंट राइट। उस तो बाद साडे कोल एक तरह की मूवमेंट हो रहा है दैट इज़ मस्क्यूलर मूवमेंट जिहड़ी मूवमेंट मसल्स की मदद नाल हुंदी है साडी बॉडी च ऑलमोस्ट ऑल मूवमेंट्स दे अकर्स विद द हेल्प ऑफ मसल्स। सो मूवमेंट ऑफ मसल्स दे नाल जिहड़ी मूवमेंट है दैट इज़ मस्क्यूलर मूवमेंट और ऑलमोस्ट जिन्ने भी मल्टी सैलूलर ऑर्गेनिज्म ने इंक्लूडिंग ह्यूमन बींग्स दीज जिन्नियां भी साडियां मूवमेंट ने दीज अकर विद द हेल्प ऑफ मसल्स और वो किहड़ियां मूवमेंट्स कहलांदियां ने मस्क्यूलर मूवमेंट्स राइट। तिवें साडे कोल फ्लैजेलर मूवमेंट्स भी हुंदियां ने जिहड़ी फ्लैजेला दी मदद नाल हुंदियां राइट। फ्लैजेला आर द फिंगर लाइक प्रोजेक्शंस जिवें सीलिया छोटे ने फ्लैजेला थोड़े वड्डे हुंदे ने राइट। सो ये हो गया साडे कोल डिफरेंट टाइप ऑफ मूवमेंट्स। बेसिकली जोड़ा साडा चैप्टर है वो असी जी मेन डिस्कशन करनी है वो असी मसल्स के बारे करनी है कि मसल्स की होंदियां ने डिफरेंट टाइप्स ऑफ मसल्स इंटरनल स्ट्रक्चर जोड़ा एक मसल फाइबर का होंदा है वो डिस्कस करना है क्योंकि ਜਿਹੜਾ ਜਿੰਨੀਆਂ ਵੀ ਸਾਡੀ ਬੋਡੀ ਦੇ ਵਿੱਚ ਮੂਵਮੈਂਟਸ ਨੇ ਜਾਂ ਅਸੀਂ ਲੋਕੋਮੋਸ਼ਨ ਕਰਦੇ ਹਾਂ ਦੈਟ ਇਜ਼ ਡਿਊ ਟੂ ਦ ਪ੍ਰੈਜ਼ੈਂਸ ਆਫ ਥੀਸ ਮਸਲਸ ਇਨ ਦ ਬੋਡੀ ਐਂਡ ਥੀਸ ਮਸਲਸ ਹੈਲਪਸ ਅਸ ਟੂ ਮੂਵ ਰਾਈਟ। ਸੋ ਮਸਲਸ ਬਾਰੇ ਸਟੱਡੀ ਕਰਨਾ ਬਹੁਤ ਇੰਪੋਰਟੈਂਟ ਹੈ ਰਾਈਟ। ਸੋ ਇੱਥੇ ਅਸੀਂ ਡਿਸਕਸ ਕਰਾਂਗੇ ਮਸਲਸ। ਐਜ਼ ਵੀ ਆਲ ਨੋ मसल एक तरह का साडी बॉडी का एक टिशू है राइट विच इज़ मीजोडर्मल इन ओरिजन। सानू पता है कुछ साडे जिहड़े ऑर्गनस ने एक्टोडर्म तो बनते कुछ मीजोडर्म तो कुछ एंडोडर्म तो राइट। एंड एक गल असी होर याद रखनी बच्चे तुहाडी बॉडी का जिन्ना वेट है उहदा 40 to 50% वेट तुहाडी बॉडी वेट दैट इज़ ड्यू टू द मसल्स राइट। सो जड़ियाँ मसल्स होंदियां ने बेटा मतलब साडी बॉडी का काफ़ी 50% ऑलमोस्ट अद्ध वेट साडी मसल्स का होंदा बाकी हाफ वेट बोन्स ने साडे ऑर्गनस ने राइट। सो असी की डिस्कस करांगे कि जड़ियाँ साडियाँ मसल्स ने वो बेसिकली उहदी कुछ प्रॉपर्टीज़ होंदियां ने जिवें मसल्स एक्साइट हो जांदियां ने एक्साइटेबिलिटी मसल्स कंट्रैक्शन कंट्रैक्टेबिलिटी राइट कंट्रैक्शन रिलैक्सेशन करदियां ने राइट। मसल्स एक्सटेंसिबिलिटी रखते एक्सटेंड हो जांदियां ने इलास्टिसिटी है ना क्योंकि जिवें असीं किसी रबर नूं खिच सकते हैं सो दैट इज़ इलास्टिसिटी राइट। सो जड़ियाँ मेनली जड़ियाँ साडियाँ मसल्स ने ਉਹ ਸਾਡੀ ਬੋਡੀ ਦੀ ਮੂਵਮੈਂਟਸ ਨੂੰ ਕੰਟਰੋਲ ਕਰਦੀਆਂ ਨੇ ਰਾਈਟ। ਸੋ ਅਸੀਂ 3 ਤਰ੍ਹਾਂ ਦੀਆਂ ਮਸਲਸ ਅੱਜ ਡਿਸਕਸ ਕਰਾਂਗੇ ਬਹੁਤ ਇੰਪੋਰਟੈਂਟ ਟੌਪਿਕ ਹੈ ਸਾਡੇ ਕੋਲ
ਮਸਲਸ ਐਂਡ ਉਹਨਾਂ ਦੀ ਮੂਵਮੈਂਟ ਕਿਵੇਂ ਹੁੰਦੀ ਹੈ ਜਾਂ ਮਸਲਸ ਕੰਟਰੈਕਟ ਕਿੱਦਾਂ ਕਰਦੇ ਨੇ। ਸੋ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਵਾਟ ਆਰ ਦਾ ਡਿਫਰੈਂਟ ਟਾਈਪ ਆਫ ਮਸਲਸ। ਔਰ ਜਦੋਂ ਅਸੀਂ ਡਿਫਰੈਂਟ ਟਾਈਪ ਆਫ ਮਸਲਸ ਪੜ੍ਹਾਂਗੇ ਵਿੱਚ ਹੀ ਸਾਨੂੰ ਪੜ੍ਹਦੇ ਪੜ੍ਹਦੇ ਹੀ ਡਿਫਰੈਂਸ ਪਤਾ ਲੱਗੇਗਾ ਕਿ ਸਕੈਲੇਟਲ ਅਤੇ ਵਿਸਰਲ ਮਸਲ 'ਚ ਕੀ ਫ਼ਰਕ ਹੈ ਜਾਂ ਤਿੰਨਾਂ ਮਸਲ ਦਾ ਆਪਸ 'ਚ ਕੀ ਡਿਫਰੈਂਸਿਸ ਨੇ, ਰਾਈਟ। ਸੋ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਸਕੈਲੇਟਲ ਮਸਲਸ, ਰਾਈਟ। ਸਭ ਤੋਂ ਪਹਿਲੀ ਤਰ੍ਹਾਂ ਦਾ ਜਿਹੜਾ ਮਸਲ ਹੈ ਉਹ ਹੈ ਸਕੈਲੇਟਲ ਮਸਲਸ। ਦੇਖੋ ਮੈਂ ਤੁਹਾਨੂੰ ਡਾਇਗਰਾਮ ਸ਼ੋ ਕਰਦੀ ਹਾਂ, ਥਿੰਗਸ ਵਿਲ ਬੀ ਮੋਰ ਕਲੀਅਰ, ਰਾਈਟ। ਸੋ ਸਾਡੀ ਬੁੱਕ ਦੇ ਵਿੱਚ ਡਿਟੇਲਡ ਡਾਇਗਰਾਮ ਹੈ ਮਸਲ ਦਾ। ਮੈਂ ਤੁਹਾਨੂੰ ਨਾਲ ਨਾਲ ਦੱਸ ਦੂੰਗੀ ਕਿ ਕਿਵੇਂ ਅਸੀਂ ਇਹਨੂੰ ਕਿਵੇਂ ਡਿਸਟਿੰਗੁਇਸ਼ ਕਰਨਾ। ਆਪਾਂ ਖੁਦ ਡਰਾ ਕਰਕੇ ਤੁਹਾਨੂੰ ਡਿਸਟਿੰਗੁਇਸ਼ ਕਰਕੇ ਦਿਖਾਵਾਂਗੇ। ਜਿਵੇਂ ਸਾਡੇ ਕੋਲ ਹੈ ਬੱਚੇ ਸਕੈਲੇਟਲ ਮਸਲਸ, ਰਾਈਟ। ਯਾਦ ਰੱਖਣਾ ਪਹਿਲੀ ਤੇ ਇੰਪੋਰਟੈਂਟ ਗੱਲ, ਜਿਹੜੇ ਸਕੈਲੇਟਲ ਮਸਲਸ ਹੁੰਦੇ ਨੇ ਉਹਨਾਂ ਦਾ ਨੇਮ ਸੁਜੈਸਟ ਕਰ ਰਿਹਾ ਕਿ ਇਹ ਤੁਹਾਡੇ ਸਕੈਲੇਟਲ, ਤੁਹਾਡਾ ਜਿਹੜਾ ਸਕੈਲੇਟਨ ਹੈ, ਸਕੈਲੇਟਲ ਪਾਰਟ ਹੈ, ਉਹਦੇ ਨਾਲ ਐਸੋਸੀਏਟਡ ਅਟੈਚਡ ਹੋਏ ਦਿਖਣਗੇ। ਸੋ ਦੈਟ ਇਜ਼ ਵਾਈ ਦੇ ਆਰ ਕਾਲਡ ਐਜ਼ ਸਕੈਲੇਟਲ ਮਸਲ। ਤਾਂ ਹੀ ਇਹਦਾ ਨਾਮ ਸਕੈਲੇਟਲ ਮਸਲ ਪਿਆ, ਠੀਕ ਹੈ, ਬਿਕੋਜ਼ ਇਹ ਸਕੈਲੇਟਲ ਕੰਪੋਨੈਂਟ ਦੇ ਨਾਲ ਜੁੜੇ ਹੋਏ ਦਿਖਾਈ ਦੇਣਗੇ, ਐਸੋਸੀਏਟਡ ਹੋਏ ਦਿਖਾਈ ਦੇਣਗੇ। ਦੂਸਰੀ ਤੇ ਇੰਪੋਰਟੈਂਟ ਗੱਲ ਜਿਹੜੀ ਇਹਦਾ ਡਿਫਰੈਂਸ ਵੀ ਕ੍ਰੀਏਟ ਕਰਾਉਂਦੀ ਹੈ ਉਹ ਇਹ ਹੈ ਕਿ ਜਿਹੜੇ ਇਹ ਮਸਲਸ ਨੇ ਇਹ ਸਟ੍ਰਿਪਡ ਸਟਰਾਈਪਸ ਇਹਦੇ ਵਿੱਚ ਪ੍ਰੈਜ਼ੈਂਸ ਹੈ, ਅਪੀਅਰੈਂਸ ਦਿੰਦੇ ਜਦੋਂ ਅਸੀਂ ਇਹਨਾਂ ਨੂੰ ਮਾਈਕਰੋਸਕੋਪ ਦੇ ਨੀਚੇ ਰੱਖ ਕੇ ਦੇਖਦੇ ਹਾਂ। ਸੋ ਮੈਂ ਤੁਹਾਨੂੰ ਡਰਾ ਕਰਕੇ ਦਿਖਾਉਂਦੀ ਹਾਂ। ਜਦੋਂ ਤੁਸੀਂ ਇਹਨਾਂ ਮਸਲਸ ਨੂੰ ਮਾਈਕਰੋਸਕੋਪ ਦੇ ਨੀਚੇ ਰੱਖ ਕੇ ਦੇਖਦੇ ਹੋ ਤਾਂ ਵਾਟ ਯੂ ਸੀ, ਤੁਹਾਨੂੰ ਸਟਰਾਈਪਸ ਜਿਵੇਂ ਇੱਕ ਜਗ੍ਹਾ 'ਤੇ ਡਾਰਕ ਬੈਂਡ, ਇੱਕ ਜਗ੍ਹਾ 'ਤੇ ਲਾਈਟ, ਫਿਰ ਇੱਕ ਜਗ੍ਹਾ 'ਤੇ ਡਾਰਕ ਬੈਂਡ, ਫਿਰ ਇੱਕ ਜਗ੍ਹਾ 'ਤੇ ਲਾਈਟ। ਸੋ ਇੱਦਾਂ ਦੀ ਸਟਰਾਈਪਸ ਡਾਰਕ ਲਾਈਟ ਇੱਦਾਂ ਦੀ ਅਪੀਅਰੈਂਸ ਦਿੰਦੀਆਂ। ਦੈਟ ਇਜ਼ ਵਾਈ ਦੀਜ਼ ਮਸਲਸ ਆਰ ਆਲਸੋ ਕਾਲਡ ਐ ਸਟ੍ਰਾਈਏਟਡ ਮਸਲਸ, ਰਾਈਟ। ਇਹਦਾ ਦੂਸਰਾ ਨਾਮ ਹੈ, ਤੁਹਾਨੂੰ ਸਕੈਲੇਟਲ ਮਸਲਸ ਦੇ ਨੇਮ 'ਤੇ ਵੀ ਕੁਐਸਚਨ ਪੈ ਸਕਦਾ ਅਤੇ ਸਟ੍ਰੇਟਡ ਮਸਲਸ ਦੇ ਵੀ। ਵਾਈ ਦੇ ਆਰ ਕਾਲਡ ਐ ਸਟ੍ਰੇਟਡ ਮਸਲਸ, ਬਿਕੋਜ਼ ਇਹਨਾਂ ਦੇ ਵਿੱਚ ਜਦੋਂ ਅਸੀਂ ਮਾਈਕਰੋਸਕੋਪ ਦੇ ਨੀਚੇ ਰੱਖ ਕੇ ਇਹਨਾਂ ਨੂੰ ਦੇਖਦੇ ਹਾਂ, ਯੂ ਕੈਨ ਸੀ ਡਾਰਕ ਐਂਡ ਲਾਈਟ ਬੈਂਡਸ, ਰੀਜਨਸ, ਸਟਰਾਈਪਸ। ਦੈਟ ਇਜ਼ ਵਾਈ ਇਟ ਇਜ਼ ਕਾਲਡ ਐ ਸਟ੍ਰੇਟਡ ਮਸਲਸ, ਰਾਈਟ। ਤੀਸਰੀ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਜਿਹੜੇ ਮਸਲਸ ਨੇ ਇਹਨਾਂ ਦੀ ਜਿਹੜੀ ਐਕਟੀਵਿਟੀ ਹੈ ਉਹ ਸਾਡੇ ਵੋਲੰਟਰੀ ਕੰਟਰੋਲ ਦੇ ਵਿੱਚ ਹੈ, ਸਾਡੇ ਨਰਵਸ ਸਿਸਟਮ ਦੇ ਕੰਟਰੋਲ 'ਚ ਹੈ। ਮੀਨਸ ਸਪੋਜ਼ ਮੈਂ ਚਾਹੁੰਦੀ ਹਾਂ ਮੈਂ ਆਪਣੀ ਆਰਮ ਨੂੰ, ਬਾਂਹ ਨੂੰ ਹਿਲਾਵਾਂ, ਮੈਂ ਆਪਣੀ ਬਾਂਹ ਨੂੰ, ਜਿਹੜੇ ਮੇਰੇ ਅੱਪਰ ਆਰਮ ਦੇ ਮਸਲਸ ਨੇ ਉਹ ਮੈਂ ਆਪਣੀ ਮਰਜ਼ੀ ਨਾਲ ਮੂਵ ਕਰਾ ਰਹੀ ਹਾਂ, ਉਹ ਆਪਣੇ ਆਪ ਨਹੀਂ ਹੋ ਰਹੇ। ਵੋਲੰਟਰੀ ਮੀਨਸ ਤੁਹਾਡੀ ਇੱਛਾ ਸ਼ਕਤੀ 'ਚ। ਸੋ ਜਦੋਂ ਸਾਡੇ ਨਰਵਸ ਸਿਸਟਮ ਦੀ ਸਾਡੀ ਆਪਣੇ ਕੰਟਰੋਲ ਦੇ ਵਿੱਚ ਇਹ ਮਸਲ ਮੂਵ ਕਰਦੇ, ਅਸੀਂ ਉਹਨਾਂ ਨੂੰ ਵੋਲੰਟਰੀ ਮਸਲਸ ਵੀ ਕਹਿੰਦੇ ਹਾਂ, ਰਾਈਟ। ਸੋ ਇਹ ਜਿਹੜੇ ਮਸਲਸ ਨੇ ਇਹ ਸਾਡੇ ਵੋਲੰਟਰੀ ਕੰਟਰੋਲ ਦੇ ਵਿੱਚ ਨੇ, ਸਾਡੀ ਇੱਛਾ 'ਚ ਨੇ। ਮੈਂ ਆਪਣੀ ਲੈਗ ਮੂਵ ਕਰਨੀ, ਮੈਂ ਆਪਣੀ ਮਰਜ਼ੀ ਨਾਲ ਉਹਦੇ ਮਸਲਸ ਮੂਵ ਕਰ ਸਕਦੀ ਹਾਂ, ਰਾਈਟ। ਇਸੀ ਕਰਕੇ ਇਹਨਾਂ ਨੂੰ ਵੋਲੰਟਰੀ ਮਸਲ ਕਿਹਾ ਜਾਂਦਾ। 3 ਨੇਮਸ ਹੋ ਗਏ, ਸਕੈਲੇਟਲ ਮਸਲ, ਸਟ੍ਰੇਟਡ ਮਸਲ ਅਤੇ ਵੋਲੰਟਰੀ ਮਸਲਸ, ਰਾਈਟ। ਸੋ ਫਿਰ ਚੌਥੀ ਇੰਪੋਰਟੈਂਟ ਗੱਲ ਇਹ ਆ ਗਈ ਕਿ ਇਹ ਜਿੰਨੀਆਂ ਵੀ ਤੁਸੀਂ ਲੋਕੋਮੋਟਰੀ ਐਕਸ਼ਨਸ ਕਰਦੇ ਹੋ, ਤੁਸੀਂ ਇੱਕ ਜਗ੍ਹਾ ਤੋਂ ਤੁਰ ਕੇ ਦੂਜੀ ਜਗ੍ਹਾ ਜਾਣਾ, ਤੁਹਾਡੇ ਵਿਲ 'ਚ ਹੈ ਨਾ, ਤੁਹਾਡੀ ਵੋਲੰਟਰੀ ਕੰਟਰੋਲ 'ਚ ਹੈ ਨਾ, ਇਹ ਵਾਲੀ ਮਸਲਸ ਕਰਨਗੀਆਂ। ਤੁਸੀਂ ਆਪਣੇ ਬੋਡੀ ਦੇ ਪੋਸਚਰਸ ਚੇਂਜ ਕਰਨੇ, ਸਟ੍ਰੇਟ ਖੜੇ ਹੋਣਾ, ਬੈਂਡ ਹੋ ਕੇ ਖੜੇ ਹੋਣਾ, ਝੁੱਕ ਕੇ ਖੜੇ ਹੋਣਾ, ਬੈਠਣਾ। ਸੋ ਆਲ ਦੀਜ਼ ਆਰ ਡਿਊ ਟੂ ਸਕੈਲੇਟਲ ਮਸਲਸ, ਰਾਈਟ। ਨੇਮਸ ਡਿਫਰੈਂਟ ਅਤੇ ਉਹਨਾਂ ਦੇ ਫੰਕਸ਼ਨ ਕਿਵੇਂ ਦੇ ਦਿਖਦੇ ਨੇ, ਇਹ ਨੇ ਸਕੈਲੇਟਲ ਮਸਲ। ਦੈਨ ਵੀ ਹੈਵ ਸੈਕਿੰਡ ਟਾਈਪ ਆਫ ਮਸਲ, ਦੇ ਆਰ ਕਾਲਡ ਐਜ਼ ਵਿਸਰਲ ਮਸਲਸ, ਰਾਈਟ। ਵਿਸਰਲ ਮਸਲ, ਵਿਸਰਲ ਵਰਡ ਅਸੀਂ ਕਾਹਦੇ ਲਈ, ਇੰਟਰਨਲ ਔਰਗਨਸ ਲਈ ਯੂਜ਼ ਕਰਦੇ, ਇੰਟਰਨਲ ਸੌਫਟ ਔਰਗਨਸ। ਸੋ ਜਿੰਨੇ ਤੁਹਾਡੇ ਵਿਸਰਲ ਔਰਗਨ ਨੇ ਉਹਨਾਂ ਦੀ ਅੰਦਰਲੀ ਜਿਹੜੀ ਲਾਈਨਿੰਗ ਹੈ ਉਹਦੇ 'ਚ ਵਿਸਰਲ ਮਸਲਸ ਨੇ। ਜਿਵੇਂ ਸਪੋਜ਼ ਤੁਹਾਡੀ ਫੂਡ ਪਾਈਪ ਹੈ, ਐਲੀਮੈਂਟਰੀ ਕਨਾਲ, ਤੁਹਾਡੇ ਰੀਪਰੋਡਕਟਿਵ ਟਰੈਕ ਹੈ, ਉਹਨਾਂ ਦੀ ਅੰਦਰਲੀ ਸਾਈਡ 'ਤੇ ਇਹ ਵਾਲੇ ਮਸਲਸ ਹੁੰਦੇ ਨੇ। ਐਂਡ ਇਹ ਜਿਹੜੇ ਮਸਲਸ ਹੁੰਦੇ ਇਹਨਾਂ 'ਚ ਇੱਦਾਂ ਦੀ ਕੋਈ ਵੀ ਡਾਰਕ ਲਾਈਟ ਬੈਂਡ ਵਾਲੀ ਗੱਲ ਨਹੀਂ ਹੁੰਦੀ, ਸਮੂਥ ਹੁੰਦੇ ਆ। ਦੈਟ ਇਜ਼ ਵਾਈ ਦੇ ਆਰ ਕਾਲਡ ਐ ਸਮੂਥ ਮਸਲ ਔਰ ਨੋਨ ਸਟ੍ਰੇਟਡ ਮਸਲ, ਕਿਉਂਕਿ ਉਹ 'ਚ ਤਾਂ ਸਟ੍ਰੇਸ਼ਨ ਸੀ, ਸਟਰਾਈਪ ਸੀ, ਇਹਦੇ ਵਿੱਚ ਨਹੀਂ ਹੈ, ਠੀਕ ਹੈ। ਤੀਸਰੀ ਗੱਲ, ਇਹ ਵਾਲੀਆਂ ਮਸਲ ਤੁਹਾਡੀ ਵੋਲੰਟਰੀ ਕੰਟਰੋਲ, ਤੁਹਾਡੀ ਵਿਲ ਪਾਵਰ 'ਚ ਨਹੀਂ ਹੈ, ਤੁਸੀਂ ਇਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ। ਦੈਟ ਇਜ਼ ਵਾਈ ਦੀਜ਼ ਆਰ ਕਾਲਡ ਐਜ਼, ਇਹਨਾਂ ਦੀ ਕੰਟਰੈਕਸ਼ਨ ਰਿਲੈਕਸੇਸ਼ਨ ਆਪਣੇ ਆਪ ਹੁੰਦੀ ਹੈ, ਇਟ ਇਜ਼ ਨਾਟ ਅੰਡਰ ਯੂਅਰ ਕੰਟਰੋਲ, ਯੂਅਰ ਵਿਲ। ਸੋ ਇਟ ਇਜ਼, ਦੈਟ ਇਜ਼ ਵਾਈ ਦੇ ਆਰ ਕਾਲਡ ਐਜ਼ ਇਨਵੋਲੰਟਰੀ ਮਸਲਸ, ਰਾਈਟ। ਅੱਛਾ, ਸਪੋਜ਼ ਤੁਸੀਂ ਖਾਣਾ ਖਾ ਲਿਆ, ਫੋਰ ਐਗਜ਼ਾਮਪਲ ਤੁਸੀਂ ਖਾਣਾ ਖਾਇਆ ਐਂਡ ਉਹ ਖਾਣਾ ਤੁਹਾਡੀ ਐਲੀਮੈਂਟਰੀ ਕਨਾਲ 'ਚ ਚਲਾ ਗਿਆ, ਫੂਡ ਪਾਈਪ 'ਚ ਚਲਾ ਗਿਆ। ਸੋ ਉਹ ਖਾਣਾ ਐਲੀਮੈਂਟਰੀ ਕਨਾਲ 'ਚ ਅੱਗੇ ਵਧਣਾ, ਐਲੀਮੈਂਟਰੀ ਕਨਾਲ 'ਚੋਂ ਫਰਦਰ ਪ੍ਰੋਸੀਡ ਕਰਨਾ, ਉਹ ਤੁਹਾਡੀ ਵਿਲ, ਤੁਹਾਡੇ ਕੰਟਰੋਲ 'ਚ ਨਹੀਂ। ਤੁਸੀਂ ਕਮਾਂਡ ਥੋੜ੍ਹੀ ਦੇ ਸਕਦੇ ਹੋ ਕਿ ਖਾਣਾ ਹੁਣ ਇੱਥੇ ਰੁਕ ਜਾਏ, ਨਾ ਮੂਵ ਕਰੇ ਜਾਂ ਮੂਵ ਕਰੇ, ਨਹੀਂ ਨਾ। ਸੋ ਦੀਜ਼ ਆਰ ਇਨਵੋਲੰਟਰੀ ਮੂਵਮੈਂਟਸ। ਸੋ ਉਹ
ਇਹ ਮਸਲਸ ਕਰਦੀਆਂ। ਸੋ ਖਾਣੇ ਦਾ ਅੱਗੇ ਵੱਲ ਨੂੰ ਮੂਵ ਕਰਨਾ ਇਨ ਦਾ ਡਾਈਜੈਸਟਿਵ ਟਰੈਕ, ਔਰ ਰੀਪਰੋਡਕਟਿਵ ਟਰੈਕ 'ਚ ਗਮੀਟਸ ਦਾ ਮੂਵ ਕਰਨਾ, ਐਗ ਔਰ ਸਪਰਮਸ ਦਾ, ਦੈਟ ਇਜ਼ ਨੋਟ ਅੰਡਰ ਆਵਰ ਕੰਟਰੋਲ। ਸੋ ਦੇ ਆਰ ਅੰਡਰ ਦ ਕੰਟਰੋਲ ਆਫ ਵਿਸਰਲ ਮਸਲਸ, ਦੈਟ ਇਜ਼ ਵਾਈ ਦੇ ਆਰ ਕਾਲਡ ਐਜ਼ ਇਨਵੋਲੰਟਰੀ ਮਸਲਸ, ਸਮੂਥ ਮਸਲਸ ਔਰ ਨॉन ਸਟ੍ਰੇਟਡ ਮਸਲਸ। ਥਰਡ ਟਾਈਪ ਆਫ ਮਸਲਸ ਆਰ ਕਾਲਡ ਐਜ਼ ਕਾਰਡਿਕ ਮਸਲਸ। ਸਾਨੂੰ ਨੇਮ ਸੁਜੈਸਟ ਕਰ ਰਿਹਾ ਜੀ ਇਹ ਮਸਲਸ ਹਾਰਟ ਦੇ ਮਸਲਸ ਨੇ। ਹਾਰਟ ਦੀ ਵੋਲ ਦੇ ਵਿੱਚ ਇਹ ਵਾਲੇ ਮਸਲਸ ਪ੍ਰੈਜ਼ੈਂਟ ਹੁੰਦੇ ਨੇ ਐਂਡ ਉਹ ਜਾਂ ਫਿਰ ਤੁਹਾਡੀਆਂ ਬਲੱਡ ਵੈਸਲਸ ਦੇ ਅਰਾਊਂਡ ਹੁੰਦੇ ਨੇ, ਜਿਹੜੀ ਮੇਜਰ ਬਲੱਡ ਵੈਸਲਸ ਨੇ। ਐਂਡ ਇਹ ਜਿਹੜੀ ਮਸਲਸ ਨੇ ਇਹ ਵੀ ਇੱਕ ਤਰ੍ਹਾਂ ਦੀ ਸਟ੍ਰੇਟਡ ਮਸਲਸ ਨੇ। ਸਟ੍ਰੇਟਡ ਤਾਂ ਇਹਨਾਂ ਦੀ ਅਪੀਅਰੈਂਸ ਵੀ ਕੁਛ ਇੱਦਾਂ ਹੀ ਡਾਰਕ ਲਾਈਟ ਬੈਂਡਸ ਦੀ ਫੋਰਮ 'ਚ ਆਉਂਦੀ ਹੈ। ਐਂਡ ਦੂਸਰੀ ਗੱਲ ਇਹ ਮਸਲਸ ਟੋਟਲੀ ਇਨਵੋਲੰਟਰੀ ਨੇ। ਹੁਣ ਮੈਂ ਤਾਂ ਨਹੀਂ ਕਹਿ ਸਕਦੀ ਨਾ ਮੇਰਾ ਹਾਰਟ ਸਟਾਪ ਹੋ ਜਾ, ਜਾਂ ਮੇਰੇ ਕੰਟਰੋਲ 'ਚ ਤਾਂ ਨਹੀਂ ਹੈ ਨਾ ਉਹਦਾ ਸਟਾਪ ਹੋਣਾ ਜਾਂ ਉਹਦੀ ਹੋਰ ਜ਼ਿਆਦਾ ਉਹਨੂੰ ਯੂ ਕੈਨ ਸੇ ਉਹਦੀ ਐਕਟੀਵਿਟੀ ਨੂੰ ਵਧਾਉਣਾ, ਉਹਦੀ ਕੰਟਰੈਕਸ਼ਨ ਰਿਲੈਕਸੇਸ਼ਨ ਨੂੰ ਇਨਕਰੀਜ਼ ਕਰਨਾ, ਇਹ ਆਪਣੇ ਆਪ ਹੁੰਦਾ ਹੈ। ਸੋ ਦੀਜ਼ ਆਰ ਅੰਡਰ ਦਾ ਕੰਟਰੋਲ, ਦੀਜ਼ ਆਰ ਨੋਟ ਅੰਡਰ ਦਾ ਕੰਟਰੋਲ ਆਫ ਯੂਅਰ ਸੈਂਟਰਲ ਨਰਵਸ ਸਿਸਟਮ, ਜਾਂ ਅਸੀਂ ਇਹ ਕਹਿ ਸਕਦੇ ਕਿ ਇਹ ਤੁਹਾਡੇ ਵੋਲੰਟਰੀ ਕੰਟਰੋਲ 'ਚ ਨਹੀਂ ਹੈ। ਸੋ ਦੀਜ਼ ਆਰ ਕਾਲਡ ਐਜ਼ ਇਨਵੋਲੰਟਰੀ ਮਸਲਸ ਔਰ ਸਟ੍ਰੇਟਡ ਮਸਲਸ ਔਰ ਕਾਰਡਿਕ ਮਸਲਸ। ਠੀਕ ਹੈ ਜੀ। ਸੋ ਇਹ ਜਿਹੜੇ ਮਸਲਸ ਨੇ ਅਸੀਂ ਬੇਸਿਕਲੀ ਹਾਰਟ ਨਾਲ ਰਿਲੇਟਡ ਹੀ ਪੜ੍ਹਦੇ ਹਾਂ। ਔਰ ਇਹਦੀ ਇੱਕ ਸਭ ਤੋਂ ਖਾਸੀਅਤ ਵਾਲੀ ਗੱਲ ਇਹ ਹੈ, ਬਾਕੀ ਮਸਲਸ ਤਾਂ ਫਿਰ ਵੀ ਬੱਚੇ ਥੱਕ ਜਾਂਦੇ ਨੇ, ਫਟੀਗ ਹੋ ਜਾਂਦੇ ਨੇ, ਬਟ ਕਾਰਡਿਕ ਮਸਲਸ ਕਦੀ ਵੀ ਫਟੀਗ ਨਹੀਂ ਹੁੰਦੇ, ਬਿਕੋਜ਼ ਜੇ ਕਾਰਡਿਕ ਮਸਲਸ ਫਟੀਗ ਹੋ ਗਏ ਫਿਰ ਤੁਹਾਡਾ ਹਾਰਟ ਵਰਕ ਕਿੱਦਾਂ ਕਰੇਗਾ। ठीक है। सो दिस इज़ ऑल अबाउट डिफरेंट टाइप्स ऑफ मसल। इन आवर नेक्स्ट वीडियो वी विल डिस्कस डिटेल्ड स्ट्रक्चर ऑफ अ स्कैलेटल मसल। जिहड़ा आह वन टाइप ऑफ मसल है स्कैलेटल मसल, ओदी डिटेल्ड स्ट्रक्चर नूं असीं डिस्कस करांगे।